ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਪੰਜਾਬ ਅਬਰੋਡ ਔਰ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਵੀਜ਼ਾ ਮਾਹਿਰ ਅਰਵਿੰਦਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ। ਬਹੁਤ ਸ਼ੁਕਰੀਆ ਖਹਿਰਾ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਗੱਲ ਕਰ ਰਹੇ ਸੀ ਕੈਨੇਡਾ ਬਾਰੇ। ਕੈਨੇਡਾ 'ਚ ਅਫਵਾਹਾਂ ਹੁਣ ਆ ਰਹੀਆਂ, ਖਬਰਾਂ ਆ ਰਹੀਆਂ ਨੇ ਕਿ ਬਾਇਓਮੈਟ੍ਰਿਕ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਸ਼ੁਰੂ ਹੋ ਗਈ ਹੈ। ਕੀ ਹਾਲ ਨੇ ਬਾਇਓਮੈਟ੍ਰਿਕ ਦਾ? ਕਿੱਦਾਂ ਸ਼ੁਰੂ ਹੋ ਗਈ ਹੈ ਕਿ ਨਹੀਂ ਹੋ ਗਈ? ਖਹਿਰਾ ਸਾਹਿਬ, ਅਫਵਾਹ ਕੋਈ ਨਹੀਂ, ਇਹ 100% ਸੱਚ ਹੈ। ਔਰ ਅੱਜ ਤੋਂ ਹੀ 20 ਨਵੰਬਰ ਤੋਂ ਹੀ ਬੇਸਿਕਲੀ ਕੈਨੇਡਾ ਨੇ ਅਨਾਊਂਸ ਕਰਤਾ ਕਿ ਹੁਣ ਜਿਹੜੀ ਕੈਨੇਡਾ ਦੇ ਵਿੱਚ ਅੱਗੇ ਬਾਇਓਮੈਟ੍ਰਿਕ ਅਟੈਂਡੈਂਸ ਨਹੀਂ ਹੁੰਦੀ ਸੀ। ਬਿਕੋਜ਼ ਅਸੀਂ ਬਹੁਤ ਦੇਰ ਤੋਂ ਕੈਨੇਡਾ ਦੇ ਬਦਲਦੇ ਰੂਪ ਅਲੱਗ-ਅਲੱਗ ਵੇਖਦੇ ਰਹੇ ਹਾਂ ਕਿ ਕਦੀ ਕੈਨੇਡਾ ਨੇ ਕਹਿਤਾ ਤੁਸੀਂ ਆਨਲਾਈਨ ਪੜ੍ਹਾਈ ਕਰ ਦਿਓ, ਕਦੀ AIP ਆ ਗਈ, ਕਦੀ ਉਹਨਾਂ ਨੇ ਡੇਟਸ ਦੀ ਐਕਸਟੈਂਸ਼ਨ ਦੇ ਦਿੱਤੀ ਕਿ ਤੁਸੀਂ ਇੰਨੀ ਦੇਰ ਤੱਕ ਪੜ੍ਹਾਈ ਕਰ ਸਕਦੇ ਹੋ। ਔਰ ਸਾਡੇ ਸਟੂਡੈਂਟਸ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਨਫਿਊਜ਼ ਸੀ। ਔਰ ਸਭ ਤੋਂ ਵੱਡਾ ਤਬਕਾ ਉਹ ਸੀ ਜਿਹੜੇ ਕਹਿੰਦੇ ਸੀ ਕਿ ਪੈਸੇ ਅਸੀਂ ਬਾਹਰ ਦੇ ਖਰਚੇ ਤੇ ਇੱਥੇ ਤਾਂ ਪੜ੍ਹਨਾ ਹੀ ਬਿਲਕੁਲ ਨਹੀਂ। ਸੋ ਫਾਈਨਲੀ ਇਟਸ ਅ ਬਿਗ ਰਿਲੀਫ ਸਾਰਿਆਂ ਲਈ, ਬਹੁਤ ਸ਼ਾਨਦਾਰ ਜਿਹੜਾ ਸਮਾਂ ਆ। ਬਿਕੋਜ਼ ਕੈਨੇਡਾ ਨੇ ਹੁਣ ਅਨਾਊਂਸ ਕਰਤਾ 5 ਆਪਣੇ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਜਿਹਨੂੰ ਅਸੀਂ VFS ਕਹਿੰਦੇ ਹਾਂ, VFS ਦੇ ਵਿੱਚ ਹੁਣ ਬਾਇਓਮੈਟ੍ਰਿਕ ਅਟੈਂਡੈਂਸ ਚਾਲੂ ਹੋ ਗਈ ਹੈ ਜੀ। ਸੋ ਇਹਦਾ ਐਗਜ਼ੈਕਟਲੀ ਮਤਲਬ ਕੀ ਆ ਕਿ ਇਸ ਅਟੈਂਡੈਂਸ ਦੇ ਨਾਲ, ਕਿਉਂਕਿ ਵੀਜ਼ਾ ਤੁਸੀਂ ਪਹਿਲਾਂ ਵੀ ਅਪਲਾਈ ਕਰ ਸਕਦੇ ਸੀ। ਸੋ ਪਹਿਲਾਂ ਜਿਹੜਾ ਵੀਜ਼ਾ ਅਪਲਾਈ ਕਰਦੇ ਸੀ ਉਹ ਸਿਰਫ ਤੇ ਸਿਰਫ ਆਨਲਾਈਨ ਰੂਪ ਆ। ਔਰ ਉਹਦੇ ਵਿੱਚ ਕੀ ਸੀਗਾ ਕਿ ਤੁਸੀਂ ਕੈਨੇਡਾ ਦੀ ਅੰਬੈਸੀ ਜਿਹੜੀ ਆਨਲਾਈਨ ਐਕਸੈਸ ਕਰਦੇ ਸੀ, ਆਪਣੇ ਡਾਕੂਮੈਂਟ ਸਭ ਉੱਪਰ ਲਾ ਦਿੰਦੇ ਸੀ। ਔਰ ਅਗਰ ਤੁਹਾਡਾ ਵੀਜ਼ਾ ਮਨਜ਼ੂਰ ਵੀ ਹੋ ਜਾਂਦਾ ਸੀ, ਤੈਨੂੰ AIP ਆਉਂਦੀ ਸੀ, ਜਿਹਨੂੰ ਐਪਲੀਕੇਸ਼ਨ ਦੀ ਅਪਰੂਵਲ ਇਨ ਪ੍ਰਿੰਸੀਪਲ ਅਸੀਂ ਕਹਿੰਦੇ ਸੀ। ਔਰ AIP ਦੇ ਉੱਪਰ ਮੰਨਿਆ ਇਹ ਜਾਂਦਾ ਸੀਗਾ ਕਿ ਤੁਸੀਂ ਹੁਣ ਪੜ੍ਹਾਈ ਚਾਲੂ ਕਰ ਲਓ ਕਿਉਂਕਿ ਤੁਹਾਡਾ ਵੀਜ਼ਾ ਲਗਭਗ ਮਨਜ਼ੂਰ ਹੋ ਗਿਆ। ਪਰ ਵੀਜ਼ਾ ਲੇਬਲ ਸਟਿੱਕਰ ਪਾਸਪੋਰਟ ਦੇ ਉੱਪਰ ਨਹੀਂ ਲੱਗ ਸਕਦਾ ਜਦ ਤੱਕ ਤੁਹਾਡਾ ਬਾਇਓਮੈਟ੍ਰਿਕ ਅਟੈਂਡੈਂਸ ਨਹੀਂ ਹੁੰਦੀ। ਕਿਉਂਕਿ ਬਾਇਓਮੈਟ੍ਰਿਕ ਅਟੈਂਡੈਂਸ ਜਿਹੜੀ ਕੈਨੇਡਾ ਦੀ ਵੀਜ਼ਾ ਪ੍ਰਣਾਲੀ ਦਾ ਇੱਕ ਖਾਸ ਪਹਿਲੂ ਆ ਕਿ ਜਦ ਤੱਕ ਤੁਹਾਡਾ ਵੀਜ਼ਾ ਸਟਿੱਕਰ ਪਾਸਪੋਰਟ ਦੇ ਉੱਪਰ ਨਹੀਂ ਲੱਗਦਾ, ਤਦ ਤੱਕ ਨਹੀਂ ਲੱਗਦਾ ਜਦ ਤੱਕ ਤੁਹਾਡੇ ਕੋਲ ਕੈਨੇਡਾ ਆਪਣੀ ਤੁਹਾਡੇ ਕੋਲ ਬਾਇਓਮੈਟ੍ਰਿਕ ਅਟੈਂਡੈਂਸ ਨਹੀਂ ਲੈ ਲੈਂਦਾ। ਸੋ ਇਹ ਬਹੁਤ ਅਹਿਮ ਸੀਗਾ। ਔਰ 20 ਤਰੀਕ ਤੋਂ ਇਹ ਚਾਲੂ ਕੀਤਾ। ਫਰਦਰ 25 ਨਵੰਬਰ ਤੋਂ ਜਿਹੜੇ ਬਾਕੀ ਰਹਿੰਦੇ ਕੁਝ ਹੋਰ ਐਪਲੀਕੇਸ਼ਨ ਸੈਂਟਰ VFS ਸੈਂਟਰਸ ਉਹ ਵੀ ਖੋਲ੍ਹਣ ਜਾ ਰਹੇ ਆ। ਔਰ ਇਹ ਇਕੱਲੇ ਸਟੂਡੈਂਟਸ ਲਈ ਨਹੀਂ, ਇਹ ਬਹੁਤ ਸਾਰੀ ਜਿਹੜੀ ਦੂਸਰੀ ਕੈਟਾਗਰੀਜ਼ ਆ, ਫੈਮਿਲੀ ਵਿਜ਼ਟਰ ਜਿਹੜੇ ਕੈਟਾਗਰੀਜ਼ ਨੇ, ਈਵਨ ਉਹਨਾਂ ਦੇ ਲਈ ਵੀ ਸੇਮ ਪ੍ਰੋਸੈਸ, ਸੇਮ ਪ੍ਰਕਿਰਿਆ ਹੁਣ ਚਾਲੂ ਆ। ਸੋ ਤੁਸੀਂ ਅਗਰ ਵੀਜ਼ਾ ਅਪਲਾਈ ਕਰਤਾ, ਤੁਸੀਂ ਉਸ ਤੋਂ ਬਾਅਦ ਕੈਨੇਡਾ ਫਲਾਈ ਕਰਨ ਦਾ ਇੱਕ ਫਰਮਾਨ ਆਇਆ ਸੀਗਾ, ਪਿਛਲੇ ਆਪਾਂ ਐਪੀਸੋਡ 'ਚ ਕੀਤਾ ਸੀਗਾ ਕਿ ਤੁਸੀਂ 20 ਅਕਤੂਬਰ ਤੋਂ ਕੈਨੇਡਾ ਨੇ ਅਲਾਓ ਕਰਤਾ ਸੀ ਕਿ ਕਿਸੇ ਵੀ ਸਟੂਡੈਂਟ ਦੇ ਕੋਲ ਹੁਣ ਵੀਜ਼ਾ ਹੋਊਗਾ ਤੇ ਉਹ ਫਲਾਈ ਕਰ ਸਕਦਾ ਆ। ਔਰ ਇਹ ਇਕੱਲਾ ਇੰਡੀਆ ਲਈ ਨਹੀਂ ਆਇਆ ਸੀ ਜੀ। ਬੇਸਿਕਲੀ ਤੁਸੀਂ ਚਾਹੇ ਚਾਈਨਾ ਹੈ, ਚਾਹੇ ਪਾਕਿਸਤਾਨ, ਚਾਹੇ ਕਿਸੇ ਵੀ ਦੁਨੀਆ ਦੇ ਮੁਲਕ ਤੋਂ ਤੁਹਾਡਾ ਵੀਜ਼ਾ ਆਇਆ ਕਿਸੇ ਵੀ ਸਟੂਡੈਂਟ ਦਾ, 20 ਅਕਤੂਬਰ ਤੋਂ ਬਾਅਦ ਇਹ ਕਾਨੂੰਨ ਲਾਗੂ ਆ ਕਿ ਤੁਸੀਂ ਫਲਾਈ ਕਰ ਸਕਦੇ ਹੋ। ਇਸ ਤੋਂ ਪਹਿਲਾਂ ਦੀ ਤਰੀਕ ਜਿਹੜੀ ਉਹ 18 ਮਾਰਚ ਨੂੰ ਅਲਾਓ ਕੀਤਾ ਸੀ ਕਿ ਜਿਨ੍ਹਾਂ ਦੇ ਵੀਜ਼ਾ 18 ਮਾਰਚ ਤੋਂ ਪਹਿਲਾਂ ਦੇ ਆਏ ਆ। ਸੋ ਜਿਹੜੇ ਵੀਜ਼ਾਸ 18 ਮਾਰਚ ਤੋਂ ਲੈ ਕੇ 20 ਅਕਤੂਬਰ ਦੇ ਵਿੱਚ ਆਏ ਆ ਉਹਨਾਂ ਨੂੰ ਤਾਂ ਮਨਾਹੀ ਸੀ, ਜਾਂ ਤੁਸੀਂ ਕਹਿ ਲਓ ਕਿ ਬਹੁਤ ਜ਼ਿਆਦਾ ਵੀਜ਼ਾ ਆਏ ਵੀ ਨਹੀਂ ਸੀ। ਪਰ ਜੇ ਕਿਸੇ ਦੇ ਬਾਇਓਮੈਟ੍ਰਿਕ ਅਟੈਂਡੈਂਸ ਪਹਿਲਾਂ ਹੋ ਚੁੱਕੀ ਸੀ, ਕਿਸੇ ਦਾ ਕੇਸ ਆਲਰੇਡੀ ਰਿਫਿਊਜ਼ ਹੋਇਆ ਸੀ, ਕਿਸੇ ਦਾ ਕੇਸ ਆਲਰੇਡੀ ਪਹਿਲਾਂ ਕੋਈ ਵੀਜ਼ਾ ਦੁਬਾਰਾ ਵੀਜ਼ਾ ਜਿਹੜਾ ਲਿਆ ਉਹਨੇ, ਸੋ ਉਹਨਾਂ ਸਿਰਫ ਕੈਟਾਗਰੀਜ਼ ਵਿੱਚ ਸਟੂਡੈਂਟਸ ਦੇ ਜਾਂ ਐਪਲੀਕੈਂਟਸ ਦੇ ਵੀਜ਼ਾ ਆਏ ਸੀ। ਸੋ ਉਹਨਾਂ ਨੂੰ ਪਹਿਲੀ ਮਨਜ਼ੂਰੀ ਦਿੱਤੀ ਗਈ। ਸੋ ਸੈਕੰਡ ਮਨਜ਼ੂਰੀ ਹੁਣ ਕੈਨੇਡਾ ਨੇ ਤਕਰੀਬਨ ਆਪਣੇ ਗੇਟ ਸਾਰਿਆਂ ਲਈ ਖੋਲ੍ਹਤੇ ਕਿ ਇਸ ਟਾਈਮ ਕਿਸੇ ਦਾ ਵੀ ਕੋਈ ਵੀਜ਼ਾ ਆਵੇ ਤੇ ਉਹਨੂੰ ਕੈਨੇਡਾ ਵਿੱਚ ਜਾਣੋਂ ਕੋਈ ਰੋਕ ਨਹੀਂ ਆ। ਸਿਰਫ ਇੱਕ ਕਲੌਜ਼ ਰਹਿ ਗਿਆ ਇਹਦੇ ਵਿੱਚ ਕਿ ਜਿਹੜੇ ਕੈਨੇਡਾ ਦੇ ਕਾਲਜ ਸੀ ਉਹਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਅਗਰ ਤੁਹਾਡਾ ਕਾਲਜ ਹੁਣ ਕੋਵਿਡ ਰੈਡੀ ਨਹੀਂ ਹੈਗਾ, ਕੋਵਿਡ ਕੰਪਲਾਈਂਸਿਸ ਨੂੰ ਪੂਰਾ ਨਹੀਂ ਕਰਦਾ ਕਿ ਉੱਥੇ ਜੋ ਕੋਵਿਡ ਦੀਆਂ ਅਸੀਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਅਸੀਂ ਦੇਖ ਰੇਖ ਕਰਕੇ ਸਟੂਡੈਂਟਸ ਨੂੰ ਪੜ੍ਹਾ ਸਕੀਏ, ਅਗਰ ਉਹਨੂੰ ਅਪਡੇਟ ਨਹੀਂ ਕੀਤਾ ਤੇ ਫਿਰ ਤੁਸੀਂ ਫਲਾਈ ਨਹੀਂ ਕਰ ਸਕਦੇ। ਔਰ ਇਹਨੂੰ ਚੈੱਕ ਕਰਨ ਦਾ ਤਰੀਕਾ ਕੀ ਆ ਕਿ ਤੁਸੀਂ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਜਾਂ ਤੁਸੀਂ DLI ਸਰਚ ਕਰੋਗੇ ਇਕੱਲਾ ਹੀ। ਯੈਸ, DLI ਸਰਚ ਕੈਨੇਡਾ ਦੀ ਸਰਕਾਰੀ ਵੈਬਸਾਈਟ ਖੁੱਲ੍ਹੇਗੀ, ਉਹਦੇ ਉੱਪਰ ਆਪਣੇ ਕਾਲਜ ਦਾ ਸਟੇਟਸ ਚੈੱਕ ਕਰ ਸਕਦੇ ਹੋ ਕਿ ਅਗਰ ਤੁਹਾਡਾ ਕਾਲਜ ਕੋਵਿਡ ਰੈਡੀ ਹੈ ਤਾਂ ਤੁਸੀਂ ਫਲਾਈ ਕਰ ਸਕਦੇ ਹੋ, ਔਰ ਅਗਰ ਤੁਹਾਡਾ ਕਾਲਜ ਕੋਵਿਡ ਰੈਡੀ ਨਹੀਂ ਆ ਤੁਸੀਂ ਫਲਾਈ ਨਹੀਂ ਕਰ ਸਕਦੇ। ਔਰ ਵੈਸੇ 80-90% ਤਕਰੀਬਨ ਕਾਲਜਸ ਨੇ ਇਹਨੂੰ ਕੰਪਲਾਈਂਸ ਕਰ ਵੀ ਲਿਆ ਆ। ਅੱਛਾ ਰਵਿੰਦਰ ਜੀ, ਗੱਲ ਹੋਈ ਸੀਗੀ ਕਿ ਜਿਹੜੇ ਸਟੂਡੈਂਟ ਜਿਹੜੇ ਨੇ ਉਹ ਇੱਥੋਂ ਵੀ ਸਟੱਡੀ ਕਰ ਸਕਦੇ ਨੇ। ਆਪਾਂ ਗੱਲ ਕਰੀਏ ਤਾਂ ਪੰਜਾਬੀਆਂ ਦੀ ਗੱਲ ਹੈ ਕਿ ਅਸੀਂ ਕਹਿੰਦੇ ਕਿ ਜੇ ਅਸੀਂ ਵੀਜ਼ੇ ਲਈ ਪੈਸੇ ਖਰਚੇ ਆ, ਕੈਨੇਡਾ ਲਈ ਪੈਸੇ ਖਰਚੇ, ਤਾਂ ਅਸੀਂ ਪੜ੍ਹਨਾ ਉੱਥੇ ਆ। ਪਰ ਜਦੋਂ ਤੁਸੀਂ ਆਪਾਂ ਭਾਰਤ ਦੀ ਗੱਲ ਕਰ ਲਈਏ, ਕਿਸੇ ਹੋਰ ਮੁਲਕ ਦੀ ਗੱਲ ਕਰ ਲਈਏ, ਤਾਂ ਬੜੇ ਸਾਰੇ ਕਹਿੰਦੇ ਕਿ ਜਦ ਤੱਕ ਤੁਸੀਂ ਵੈਲਿਡ ਰੀਜ਼ਨ ਨਹੀਂ ਦੇ ਰਹੇ ਉਦੋਂ ਤੱਕ ਤੁਸੀਂ ਫਲਾਈ ਨਹੀਂ ਕਰ ਸਕਦੇ। ਇੱਦਾਂ ਦਾ ਕੁਝ ਹੈ? ਹਾਂ, ਇਹ ਬਿਲਕੁਲ ਸੀਗਾ। ਜਿਹੜੇ ਜਦੋਂ 18 ਮਾਰਚ ਦਾ ਵੀ ਕੰਪਲਾਈਂਸ ਸੀਗਾ ਕਿ ਜਿਨ੍ਹਾਂ ਦਾ ਵੀਜ਼ਾ 18 ਮਾਰਚ ਤੋਂ ਪਹਿਲਾਂ ਦਾ ਆਇਆ ਉਹ ਫਲਾਈ ਕਰ ਸਕਦੇ ਆ, ਉਹਦੇ ਵਿੱਚ ਇੱਕ ਕੈਨੇਡਾ ਨੇ ਕਲੌਜ਼ ਲਾਇਆ ਹੋਇਆ ਸੀਗਾ ਕਿ ਅਗਰ ਤੁਹਾਡਾ ਟਰੈਵਲ ਕਰਨਾ ਗੈਰ ਜ਼ਰੂਰੀ ਆ ਜਾਂ ਅਤ ਜ਼ਰੂਰੀ ਨਹੀਂ ਆ, ਤੁਸੀਂ ਟਰੈਵਲ ਨਹੀਂ ਕਰ ਸਕਦੇ। ਸੋ ਇਹ ਗੈਰ ਜ਼ਰੂਰੀ ਜਾਂ ਅਤ ਜ਼ਰੂਰੀ ਕੀ ਆ?
ਇਹਦੇ ਵਿੱਚ ਤੁਹਾਨੂੰ ਇੱਕ ਕਾਲਜ ਦੀ ਸਪੋਰਟ ਲੈਟਰ ਲੈਣੀ ਪੈਂਦੀ ਸੀ। ਸੋ ਅਗਰ ਤੁਹਾਡੇ ਕੋਲ ਵੀਜ਼ਾ ਹੈਗਾ, 18 ਮਾਰਚ ਤੋਂ ਪਹਿਲਾਂ ਦਾ ਰੂਲ ਸੀ ਕਿ ਅਗਰ ਤੁਹਾਡੇ ਕੋਲ ਵੀਜ਼ਾ ਵੀ ਹੈਗਾ ਸੀ ਔਰ ਤੁਹਾਡੇ ਕੋਲ ਫੀਸ ਪੇ ਕੀਤੀ, ਸਭ ਕੁਝ ਚੀਜ਼ਾਂ ਨਾਰਮਲ ਆ, ਪਰ ਤੁਹਾਨੂੰ ਕਾਲਜ ਤੋਂ ਇੱਕ ਲੈਟਰ ਲੈਣੀ ਪਏਗੀ ਜਿਹਦੇ 'ਚ ਇਹ ਲਿਖਿਆ ਜਾਂਦਾ ਸੀ ਕਿ ਇਹ ਬੱਚੇ ਦੀ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਆਨਲਾਈਨ ਦੇ ਨਾਲ ਪ੍ਰੈਕਟੀਕਲ ਟ੍ਰੇਨਿੰਗ ਵੀ ਵਾਹਵਾ ਜ਼ਰੂਰੀ ਹੈ ਜੀ। ਸੋ ਇਹਦਾ ਕਲਾਸ ਲਾਉਣਾ ਕਾਫੀ ਜ਼ਰੂਰੀ ਆ, ਕਾਫੀ ਅਹਿਮ ਆ। ਸੋ ਇਹਦੀ ਜਿਹੜੀ ਪੜ੍ਹਾਈ ਆ ਉਹ 100% ਜਾਂ ਮੁਕੰਮਲ ਤੌਰ ਦੇ ਉੱਪਰ ਆਨਲਾਈਨ ਨਹੀਂ ਕੀਤੀ ਜਾ ਸਕਦੀ। ਸੋ ਅਗਰ ਤੁਹਾਡੇ ਕੋਲ ਕਾਲਜ ਸਪੋਰਟ ਲੈਟਰ ਸੀਗੀ, ਤੁਸੀਂ ਸਿਰਫ ਤਾਂ ਜਾ ਸਕਦੇ ਸੀ। ਹੁਣ ਕਾਲਜ ਸਪੋਰਟ ਲੈਟਰ ਨੂੰ ਰਿਪਲੇਸ ਕਰਤਾ ਕੋਵਿਡ ਰੈਡੀ ਕਾਲਜ ਨੇ ਕਿ ਅਗਰ ਤੁਹਾਡਾ ਕਾਲਜ ਕੋਵਿਡ ਰੈਡੀ ਹੈ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਮਤਲਬ ਹੁਣ ਕੋਈ ਵੀ ਅਪਲਾਈ ਕਰ ਸਕਦਾ, ਉਹਨੂੰ ਇਹ ਜ਼ਰੂਰੀ ਨਹੀਂ ਕਿ ਉਹਨਾਂ ਦਾ ਜਿਹੜਾ ਕੋਰਸ ਹੈ ਉਹ ਪ੍ਰੈਕਟੀਕਲ ਹੋਵੇ ਜਾਂ ਫਿਰ ਹੋਵੇ। ਅੱਛਾ, ਦੂਸਰੇ ਪਾਸੇ ਇਹਦੇ 'ਚ ਇੱਕ ਚੀਜ਼ ਹਾਲੇ ਵੀ ਹੈਗੀ ਕਿ ਸਟੂਡੈਂਟਸ ਨੂੰ ਕੁਆਰੰਟਾਈਨ ਪਲਾਨ ਨਾਲ ਲੈ ਕੇ ਜਾਣਾ ਪੈਂਦਾ ਕਿ ਸਟੂਡੈਂਟਸ ਨੇ ਇੱਕ ਹੋਟਲ ਵਾਊਚਰ ਕੋਈ ਨਾ ਕੋਈ 14 ਦਿਨ ਦਾ ਲੈਣਾ ਆ, ਜਿਹਦੇ ਵਿੱਚ ਉਹ 14 ਦਿਨ ਰੁਕਣਗੇ, ਉਸ ਤੋਂ ਬਾਅਦ ਉਹ ਆਪਣੀ ਨਾਰਮਲ ਪੜ੍ਹਾਈ ਵਾਲੇ ਪਾਸੇ ਨੂੰ ਤੁਰ ਜਾਣਗੇ। ਅੱਛਾ, ਕਈ ਵਾਰ ਇਹ ਹੁੰਦਾ ਕਿ ਜਦੋਂ ਸਾਡਾ ਕੋਈ ਉੱਥੇ ਰਿਲੇਟਿਵ ਹੈ, ਅਸੀਂ ਜੇ ਕੁਆਰੰਟਾਈਨ ਜਿਹੜਾ ਹੈ ਉਹਦੇ ਅਕੋਮੋਡੇਸ਼ਨ 'ਚ ਰਹਿ ਲਈਏ, ਤੇ ਇਦਾਂ ਦੀ ਕੋਈ ਪ੍ਰੋਸੀਜਰ ਹੈ? ਹਾਂ, ਇਹ ਵੀ ਕਰ ਸਕਦੇ। ਤੁਹਾਨੂੰ ਡਿਕਲੇਅਰ ਕਰਨਾ ਪੈਂਦਾ। ਬੇਸਿਕਲੀ ਤੁਸੀਂ ਫਲਾਈ ਕਰਨ ਤੋਂ ਪਹਿਲਾਂ ਡਿਕਲੇਅਰ ਕਰ ਦਿਓ ਕਿ ਮੈਂ ਆਪਣੇ ਆਪ ਨੂੰ 14 ਦਿਨ ਕਿੱਥੇ ਰੱਖ ਰਿਹਾ ਹਾਂ। ਸੋ ਅਗਰ ਤੁਹਾਡੀ ਫੈਮਿਲੀ ਦਾ ਕੋਈ ਨਾ ਕੋਈ ਹੈਗਾ ਤਾਂ ਵੀ ਉਹ ਵੈਲਿਡ ਮੰਨਿਆ ਜਾਂਦਾ ਹੈ। ਤੁਸੀਂ ਫਿਰ ਉਹਨਾਂ ਦੇ ਘਰ ਵੀ ਰਹਿ ਸਕਦੇ। ਬਿਲਕੁਲ, ਇਹਦੇ ਕੋਈ ਪ੍ਰੋਬਲਮ ਨਹੀਂ ਹੈ। ਅੱਛਾ, ਚਲੋ ਇਹ ਤਾਂ ਸਟੂਡੈਂਟਸ ਦੀ ਗੱਲ ਸੀ ਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ ਟਰੈਵਲਰ ਦੀ ਜਾਂ ਪੀਆਰ ਕੇਸਿਸ ਦੀ, ਤੇ ਉਹਨਾਂ ਦੇ ਲਈ ਵੀ ਬਾਇਓਮੈਟ੍ਰਿਕ ਖੁੱਲ੍ਹ ਗਏ ਨੇ, ਉਹ ਵੀ ਟਰੈਵਲ ਕਰ ਸਕਦੇ ਨੇ ਹੁਣ? ਹਾਂ, ਕੈਨੇਡਾ ਦੇ ਵਿੱਚ ਸਾਨੂੰ ਇੱਕ ਭੁਲੇਖਾ ਸੀਗਾ ਕਿ ਸ਼ਾਇਦ ਨਾ ਕਦੀ ਕੋਈ ਕਹਿੰਦਾ ਸੀ ਕਿ ਟੂਰਿਸਟ ਵੀਜ਼ਾਸ ਬੰਦ ਆ। ਸਾਨੂੰ ਹਮੇਸ਼ਾ ਕਾਲਸ ਆਉਂਦੀਆਂ ਕਿ ਭਾਈ ਟੂਰਿਸਟ ਵੀਜ਼ਾਸ ਖੁੱਲ੍ਹ ਗਏ ਕਿ ਨਹੀਂ ਖੁੱਲ੍ਹ ਗਏ, ਸਟੂਡੈਂਟ ਵੀਜ਼ਾ ਖੁੱਲ੍ਹ ਗਏ ਕਿ ਨਹੀਂ ਖੁੱਲ੍ਹ ਗਏ। ਇਹਦਾ ਫਰਕ ਕੀ ਆ ਕਿ ਜਿਹੜਾ ਕੈਨੇਡਾ 'ਚ ਸਟੂਡੈਂਟ ਪੜ੍ਹਦਾ ਆ ਉਹ ਇੱਕ ਇਨਫੋਰਮੇਸ਼ਨ ਚੈਨਲ ਦੇ ਉੱਪਰ ਆ ਕਿ ਤੁਹਾਨੂੰ ਅੰਬੈਸੀ ਤੋਂ ਵੀ ਅਪਡੇਟਸ ਆਈ ਜਾਣੀਆਂ, ਤੁਹਾਨੂੰ EIP ਵੀ ਆਈ ਜਾਣੀ, ਤੁਹਾਨੂੰ ਕਾਲਜ ਨੇ ਵੀ ਨੋਟੀਫਿਕੇਸ਼ਨ ਕਰੀ ਜਾਣੀਆਂ, ਤੁਹਾਨੂੰ ਜਿਹੜੀ ਤੁਹਾਡੀ ਏਜੰਸੀ ਆ ਉਹਨੇ ਵੀ ਨੋਟੀਫਾਈ ਕੁਛ ਨਾ ਕੁਛ ਕਰੀ ਜਾਣਾ। ਸੋ ਸਟੂਡੈਂਟ ਨੂੰ ਲੱਗਦਾ ਕਿ ਇਹ ਸਿਸਟਮ ਔਨ ਹੈ ਜੀ। ਔਰ ਜਦੋਂ ਤੁਸੀਂ ਟੂਰਿਸਟ ਦੀ ਗੱਲ ਕਰਦੇ ਹੋ ਜਾਂ ਫੈਮਿਲੀ ਵਿਜ਼ਟਰ ਕੇਸਿਸ ਦੀ ਗੱਲ ਕਰਦੇ ਹੋ, ਉਹਦੇ ਵਿੱਚ ਕਿਉਂਕਿ ਤੁਹਾਡੇ ਕੋਲ ਇਨਫੋਰਮੇਸ਼ਨ ਦਾ ਸੋਰਸ ਕੋਈ ਨਹੀਂ ਆ, ਸੋ ਉਹਦੇ ਵਿੱਚ ਤੁਹਾਨੂੰ ਹਮੇਸ਼ਾ ਇਹ ਲੱਗਦਾ ਕਿ ਯਾਰ ਅੰਬੈਸੀ ਕੇਸ ਪਾਇਆ ਸੀ, ਅਪਡੇਟ ਤਾਂ ਕੋਈ ਆਏ ਨਹੀਂ, ਬਿਕੋਜ਼ ਉਹਦੇ 'ਚ ਨਾ ਤਾਂ EIP ਆਏਗੀ, ਨਾ ਕਿਸੇ ਕਾਲਜ ਨੇ ਫੀਸ ਦੀ ਰਸੀਦ ਤੁਹਾਨੂੰ ਦੇਣੀ ਹੈ। ਸੋ ਉਹਦੇ 'ਚ ਸਿੱਧਾ ਇਹ ਸੀਗਾ ਕਿ ਜਦ ਤੱਕ ਤੁਹਾਡੇ VFS ਸੈਂਟਰ ਨਹੀਂ ਖੁੱਲ੍ਹਦੇ ਜਾਂ ਬਾਇਓਮੈਟ੍ਰਿਕ ਅਟੈਂਡੈਂਸ ਨਹੀਂ ਖੁੱਲ੍ਹਦੀ, ਤਦ ਤੱਕ ਤੁਸੀਂ ਇਹ ਮੰਨ ਕੇ ਚੱਲ ਰਹੇ ਸੀ ਕਿ ਸ਼ਾਇਦ ਜਿਹੜੇ ਟੂਰਿਸਟ ਵੀਜ਼ਾਸ ਉਹ ਬੰਦ ਨੇ ਜੀ। ਪਰ ਅਸਲ 'ਚ ਇਹ ਕੋਈ ਕੈਟਾਗਰੀ ਬੰਦ ਨਹੀਂ ਹੋਈ ਸੀ। ਸੋ ਸਾਰੀਆਂ ਕੈਟਾਗਰੀਜ਼ ਓਪਨ ਸੀ। ਸੋ ਸਾਡੇ ਕੋਲ ਹਲੇ ਲਾਸਟ ਵੀਕ ਵੀ ਵੀਜ਼ਾਸ ਆਏ ਨੇ ਕੈਨੇਡਾ ਦੇ। ਸੋ ਕੈਨੇਡਾ ਦੇ ਵਿੱਚ ਓਪਨ ਹੈ, ਅੱਜ ਵੀ ਔਰ ਕੱਲ੍ਹ ਵੀ ਓਪਨ ਸੀ। ਸਿਰਫ ਬਾਇਓਮੈਟ੍ਰਿਕ ਅਟੈਂਡੈਂਸ ਦਾ ਰੌਲਾ ਸੀ ਕਿ ਕਿਉਂਕਿ ਲੇਬਲ ਲੱਗਣਾ ਤਾਂ ਆ ਜੇ ਜਾ ਕੇ ਅੰਗੂਠਾ ਲਾਓਗੇ, ਜਾ ਕੇ ਜੇ ਫਿੰਗਰ ਕਰੋਗੇ। ਬਿਲਕੁਲ। ਅੱਛਾ ਰਵਿੰਦਰ ਜੀ, ਆਪਾਂ ਗੱਲਾਂ ਹੋਰ ਵੀ ਕਰਾਂਗੇ ਇਸ ਵੀਜ਼ਾ ਦੇ ਉੱਤੇ, ਪਰ ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਵਿਦ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਕੈਨੇਡਾ ਦੇ ਵੀਜ਼ੇ ਦੀ। ਅਰਵਿੰਦਰ ਜੀ, ਜਦੋਂ ਆਪਾਂ ਇਹ ਗੱਲ ਕਰ ਲਈ ਕਿ ਟਰੈਵਲ ਤੁਸੀਂ ਕਰ ਸਕਦੇ ਹੋ, ਤੁਹਾਡਾ ਰਿਲੇਟਿਵ ਜੇ ਉੱਥੇ ਹੈਗਾ ਆ, ਤੁਹਾਨੂੰ ਸੱਦਿਆ ਕਿਸੇ ਨੇ, ਤੁਸੀਂ ਜਾ ਸਕਦੇ ਹੋ, ਹਰ ਕੋਈ ਜਾ ਸਕਦਾ ਜਾਂ ਇਹਦੇ ਲਈ ਵੀ ਵੈਲਿਡ ਰੀਜ਼ਨ ਨੇ? ਨਹੀਂ, ਕੈਨੇਡਾ ਬੇਸਿਕਲੀ ਜਿਹੜੀ ਕੈਨੇਡੀਅਨ ਟੂਰਿਜ਼ਮ ਕਮਿਸ਼ਨ ਆ ਜਾਂ CTC ਆ, ਜਿਹੜੀ ਸਰਕਾਰੀ ਬੋਰਡ ਆ ਟੂਰਿਜ਼ਮ ਦਾ ਜੀ, ਉਹਦਾ ਖੁਦ ਦਾ ਮੰਨਣਾ ਹੈ ਕਿ ਕੈਨੇਡਾ ਬਹੁਤ ਵੱਡਾ ਟੂਰਿਜ਼ਮ ਡੈਸਟੀਨੇਸ਼ਨ ਨਹੀਂ ਹੈ। ਔਰ ਦੋਸਤੋ, ਤੁਸੀਂ ਅਗਰ ਖਿਆਲ ਕਰੋ ਥੋੜ੍ਹਾ ਬਹੁਤ, ਤੁਸੀਂ ਵੇਖੋਗੇ ਕਿ ਤੁਹਾਨੂੰ ਸ਼ਾਇਦ ਹੀ ਨਿਆਗਰਾ ਫਾਲਸ ਤੋਂ ਇਲਾਵਾ ਕੋਈ ਬਹੁਤ ਜ਼ਿਆਦੀਆਂ ਅਟਰੈਕਸ਼ਨ ਵਾਲੀਆਂ ਚੀਜ਼ਾਂ ਕੈਨੇਡਾ 'ਚ ਯਾਦ ਆਉਣ। ਸੋ ਕੈਨੇਡਾ ਬੇਸਿਕਲੀ ਫੈਮਿਲੀ ਵਿਜ਼ਟਰ ਜਿਹੜੇ ਵੀਜ਼ਾਸ ਨੇ ਉਹਨਾਂ ਦੇ ਉੱਪਰ ਜਾਣ ਦਾ ਜ਼ਿਆਦਾ ਰੁਝਾਨ ਹੈ। ਔਰ ਅਗਰ ਤੁਸੀਂ ਹੌਲੀਡੇਜ਼ ਲਈ ਅਪਲਾਈ ਕਰਦੇ ਹੋ, ਹੌਲੀਡੇਜ਼ ਦੇ ਵਿੱਚ ਇਹੀ ਹੈ ਕਿ ਤੁਸੀਂ 2 ਵੀਕ ਪਹਿਲਾਂ ਆਪਣੇ ਨੂੰ ਕੁਆਰੰਟਾਈਨ ਕਰੋਗੇ, ਉਸ ਤੋਂ ਬਾਅਦ ਤੁਸੀਂ ਹੌਲੀਡੇਜ਼ ਦੇ ਉੱਪਰ ਗੱਲ ਕਰੋਗੇ। ਯੈਸ, ਸੋ ਇਹ ਥੋੜੀ ਜਿਹੀ ਪ੍ਰੈਕਟੀਕਲ ਕਹਾਣੀ ਨਹੀਂ ਲੱਗਦੀ। ਸੋ ਫੈਮਿਲੀ ਵਿਜ਼ਟਰ ਦੇ ਵਿੱਚ ਤੁਹਾਡੇ ਕੋਲ ਚਾਂਸਸ ਜ਼ਿਆਦਾ ਨੇ। ਔਰ ਕੈਨੇਡਾ ਦੀ ਸ਼ੁਰੂ ਤੋਂ ਥਿਊਰੀ ਇਹ ਰਹੀ ਹੈ ਬਾਈ 1 ਗੈਟ 1 ਫ੍ਰੀ। ਔਰ ਜਿੱਦਾਂ ਅਸੀਂ ਹਰ ਪ੍ਰੋਗਰਾਮ ਤਕਰੀਬਨ ਜ਼ਿਕਰ ਕਰਦੇ ਹਾਂ ਕਿ ਕੈਨੇਡਾ 'ਚ ਪਰਿਵਾਰ ਦੇ ਕੋਲ ਕਿਸੇ ਦੇ ਕੋਲ ਵੀਜ਼ਾ ਆ ਜਾਵੇ, ਮਗਰਲਿਆਂ ਦੇ ਵੀਜ਼ੇ ਨਹੀਂ ਰਹਿੰਦੇ ਹੁੰਦੇ। ਸੋ ਕਿਸੇ ਦੀ, ਮੈਨੂੰ ਅਜੇ ਤੱਕ 21 ਸਾਲ ਹੋ ਗਏ, ਮੈਂ ਕਦੀ ਕੋਈ ਐਸੀ ਫੈਮਿਲੀ ਨਹੀਂ ਵੇਖੀ ਜਿਨ੍ਹਾਂ ਦੇ ਵਿੱਚ ਕਿ ਪਰਿਵਾਰ ਦਾ ਕੋਈ ਉੱਥੇ ਹੋਵੇ ਔਰ ਮਗਰਲਿਆਂ ਨੂੰ ਇੱਥੇ ਵੀਜ਼ਾ ਵਿੱਚ ਕੋਈ ਦਿੱਕਤ ਆਈਆਂ ਹੋਣ। ਸੋ ਬੱਚਿਆਂ ਤੱਕ ਦੇ ਵੀਜ਼ਾਸ ਆ ਜਾਂਦੇ ਨੇ, ਭਾਵੇਂ ਟੂਰਿਸਟ ਵੀਜ਼ਾ ਦੀ ਆਪਾਂ ਗੱਲ ਕਰੀਏ। ਸੋ ਪੂਰੀਆਂ ਫੈਮਿਲੀਜ਼ ਮਾਈਗ੍ਰੇਟ ਹੋ ਚੁੱਕੀਆਂ ਨੇ। ਸੋ ਫੈਮਿਲੀ ਵਿਜ਼ਟਰ ਲਈ ਤੁਹਾਨੂੰ ਕੋਈ ਬਹਾਨਾ ਨਹੀਂ ਚਾਹੀਦਾ। ਸੋ ਸਾਡੇ ਤਬਕੇ ਨੂੰ, ਸਾਡੀ ਜਮਾਤ ਨੂੰ ਇੱਕ ਅਕਸਰ ਦਿੱਕਤ ਹੈ, ਅਸੀਂ ਜਦੋਂ ਵੀ ਕੇਸ ਅਪਲਾਈ ਕਰਨਾ, ਅਸੀਂ ਹਮੇਸ਼ਾ ਇੱਕ ਸੋਚਦੇ ਹਾਂ ਕਿ ਅੱਛਾ ਹੁਣ ਬਹਾਨਾ ਕੀ ਰੱਖੀਏ।
ਸੋ ਅਸੀਂ ਸੋਚਦੇ ਹਾਂ ਕਿ ਉਹ ਰਾਹਦਾਰੀ ਪਾਉਣੀ ਹੈ ਜੀ, ਬਹਾਨਾ ਕੀ ਲਾਈਏ। ਮੈਟਰਨਿਟੀ ਹੁੰਦੀ, ਵਿਆਹ ਹੁੰਦਾ, ਬਸ ਇਹ 2-4 ਬਹਾਨੇ ਹੁੰਦੇ ਸਾਡੇ। ਜਾਂ ਕਹਿਣਗੇ ਜੀ ਉਹ ਬਰਥਡੇ ਸੀ ਜੀ ਕਿਸੇ ਦਾ, ਉਹ ਪਵਾ ਦਈਏ ਜੀ, ਐਤਕੀ ਭੋਗ ਰੱਖਣਾ ਜੀ, ਉਹ ਪਵਾ ਦਈਏ, ਨਵੇਂ ਘਰ 'ਚ ਮੂਵ ਹੋਏ ਜੀ, ਉਹ ਪਵਾ ਲਈਏ। ਸੋ ਕਿਤੇ ਨਾ ਕਿਤੇ ਜਦੋਂ ਤੁਸੀਂ ਆਪਣੇ ਪਰਿਵਾਰ 'ਚ ਕਿਸ ਨੂੰ ਮਿਲਣਾ ਆ, ਤੁਹਾਨੂੰ ਅਸਲ 'ਚ ਕੋਈ ਬਹਾਨੇ ਨਹੀਂ ਚਾਹੀਦੇ। ਜੀ, ਸਪੋਜ਼ ਕਰੋ ਤੁਸੀਂ ਆਪਣੇ ਭੈਣ ਭਰਾ ਨੂੰ ਮਿਲਣਾ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਬਹਾਨਾ ਹੋਊਗਾ ਤਾਂ ਮਿਲਣ ਜਾਓਗੇ? ਬਿਲਕੁਲ ਜੀ। ਸੋ ਅੰਬੈਸੀ ਵੀ ਇਹਨਾਂ ਗੱਲਾਂ ਨਾਲ ਇਤਫਾਕ ਰੱਖਦੀ ਹੈ। ਸੋ ਦੋਸਤੋ, ਤੁਹਾਨੂੰ ਕਿਸੇ ਕਿਸਮ ਦੇ ਕੋਈ ਬਹਾਨੇ ਨਹੀਂ ਚਾਹੀਦੇ, ਤੁਹਾਨੂੰ ਕੋਈ ਬਰਥਡੇਜ਼ ਇਹ ਉਹ ਨਹੀਂ ਚਾਹੀਦੇ। ਕਾਰਨ ਕੀ ਆ, ਤੁਸੀਂ ਅਗਰ ਲੌਜੀਕਲੀ ਸੋਚੋਗੇ, ਅੰਬੈਸੀ ਤੁਹਾਨੂੰ ਇੱਕ ਸਵਾਲ ਕਰੇ ਕਿ ਅੱਛਾ ਤੁਸੀਂ ਬਰਥਡੇ ਲਈ ਜਾ ਰਹੇ ਹੋ, ਇਸ ਬੱਚੇ ਦੇ ਪਿਛਲੇ ਬਰਥਡੇ ਤੇ ਗਏ ਸੀ ਜੀ, ਅਸੀਂ ਇੱਕ ਵਾਰੀ ਸੋਚਾਂਗੇ ਵੀ ਚਲ ਬੇਬੀ ਐਸੇ ਸਾਲ ਹੋਇਆ, ਅੱਛਾ ਅਗਲਾ ਸਵਾਲ ਆ ਜਾਊਗਾ ਵੀ ਅਗਲੇ ਬਰਥਡੇ ਤੇ ਵੀ ਜਾਓਗੇ। ਸੋ ਤੁਸੀਂ ਆਪਣੇ ਤਾਣੇ ਬਾਣੇ 'ਚ ਖੁਦ ਉਲਝ ਜਾਓਗੇ। ਬਾਕੀ ਜੇ ਝੂਠ ਬੋਲੋਗੇ ਤਾਂ ਫਿਰ ਝੂਠ 'ਚ ਹੀ। ਸੋ ਪਰਿਵਾਰਕ ਮੇਲ ਮਿਲਾਪ ਨੂੰ ਤੁਹਾਨੂੰ ਕਿਸੇ ਕਿਸਮ ਦੇ ਬਹਾਨਿਆਂ ਦੀ ਲੋੜ ਨਹੀਂ ਆ। ਔਰ ਕੈਨੇਡਾ ਦਾ ਇਤਿਹਾਸ ਇਹ ਹੀ ਆ ਕਿ ਕੈਨੇਡਾ ਦੇ ਵਿੱਚ ਅਗਰ ਤੁਹਾਡੇ ਕੋਲ ਫੈਮਿਲੀ ਦੇ ਕੋਲ, ਕਿਸੇ ਫਰੈਂਡਸ ਦੇ ਕੋਲ, ਤੁਹਾਡਾ ਕੋਈ ਹੈਗਾ ਆ, ਸੱਜਣ ਮਿੱਤਰ ਹੈਗਾ ਆ, ਤਾਂ ਵੀਜ਼ਾ ਲੈਣਾ ਬਹੁਤ ਆਸਾਨ ਹੈ। ਸੋ ਕੈਨੇਡਾ, ਅਗੇਨ ਮੈਂ ਉਹੀ ਦੁਹਰਾ ਰਿਹਾ ਕਿ ਬਾਈ 1 ਗੈਟ 1 ਵਾਲੀ ਪਾਲਿਸੀ ਆ ਕਿ ਅਗਰ ਇੱਕ ਦਾ ਵੀਜ਼ਾ ਆ ਜਾਂਦਾ ਤਾਂ ਕੈਨੇਡਾ ਦੇ ਵਿੱਚ ਕਦੀ ਵੀ ਸਪਾਊਸਸ ਨੂੰ ਤੰਗ ਨਹੀਂ ਕੀਤਾ ਗਿਆ, ਕਦੀ ਵੀ ਪੇਰੈਂਟਸ ਦੇ ਵੀਜ਼ੇ ਲਈ ਕਦੀ ਕੋਈ ਦਿੱਕਤ ਨਹੀਂ ਆਈ। ਸੋ ਸਭ ਦੇ ਵੀਜ਼ੇ ਆਰਾਮ ਨਾਲ ਆਈ ਜਾਂਦੇ ਆ, ਬਸ਼ਰਤੇ ਕਿ ਅਸੀਂ ਸ਼ਰਤਾਂ ਪੂਰੀਆਂ ਕਰੀਏ। ਪਰ ਇਹ ਵੀ ਹੈ ਕਿ ਅਸੀਂ ਇਸ ਵਾਰੀ ਸ਼ਰਤ ਨਹੀਂ ਪੂਰੀ ਕਰ ਰਹੇ ਤਾਂ ਅਗਲੀ ਵਾਰੀ ਹੋ ਜਾਊਗੀ। ਬਿਲਕੁਲ। ਅੱਛਾ, ਮੇਰਾ ਇੱਕ ਮਿੱਤਰ ਸੀਗਾ ਤੇ ਉਹ ਵੀ ਕੈਨੇਡਾ ਸੀਗਾ, ਤੇ ਉਹ ਜਦੋਂ ਇੱਥੇ ਗਿਆ ਨਹੀਂ ਸੀਗਾ ਤੇ ਉਹ ਕਹਿੰਦਾ ਸੀ ਆਪਣਾ ਇੱਕ ਹੀ ਸੁਪਨਾ, ਆਪਾਂ ਕੈਨੇਡਾ ਚੱਲ ਜਾਣਾ, ਬਾਅਦ ਚੋਂ ਮੈਂ ਮੰਮੀ ਨੂੰ ਖਿੱਚ ਲੈਣਾ, ਡੈਡੀ ਨੂੰ ਖਿੱਚ ਲੈਣਾ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ, ਬਿਲਕੁਲ ਵਾਜਿਬ ਹੈ, ਖਿੱਚ ਜਾਂਦੀ ਹੈ। ਅੱਛਾ, ਹੁਣ ਆਪਾਂ ਕੈਨੇਡਾ ਤੋਂ ਅਮਰੀਕਾ ਵੱਲ ਚੱਲ ਜਾਈਏ ਜੀ। ਤੁਸੀਂ ਜਦੋਂ ਆਪਣੇ ਪਿਛਲੇ ਪ੍ਰੋਗਰਾਮ ਸੀਗੇ ਕਿਹਾ ਸੀਗਾ ਕਿ ਜਿਹੜਾ USA ਸਟੂਡੈਂਟ ਵੀਕ ਜਿਹੜਾ ਹੈ ਉਹ ਚੱਲ ਰਿਹਾ ਹੈ ਜੀ, ਉਸ ਵੀਕ ਦਾ ਕੀ ਹਾਲ ਹੈ, ਤੇ ਜਾਂ ਫਿਰ ਇਹ ਕਹਿ ਲਓ ਕਿ ਉਸ ਵੀਕ 'ਚ ਕੀ ਹੋਇਆ? USA ਵੀਕ ਅੰਬੈਸੀ ਤਕਰੀਬਨ ਹਰ ਸਾਲ ਮਨਾਉਂਦੀ ਆ। ਇਹ ਸਟੂਡੈਂਟਸ ਨੂੰ ਗਲੋਰੀਫਾਈ ਕਰਨ ਨੂੰ, ਯੂਨੀਵਰਸਿਟੀਜ਼ ਨੂੰ ਗਲੋਰੀਫਾਈ ਕਰਨ ਨੂੰ, ਔਰ ਇਹ ਇੱਕ ਕੈਟਾਗਰੀ ਹੈ ਜਿਹਦੇ ਉੱਪਰ ਐਕਚੁਅਲੀ ਅਮਰੀਕਾ ਬੈਂਕਸ ਅਪਨ ਜੀ। ਇਹ ਇੱਕ ਐਸੀ ਕੈਟਾਗਰੀ ਹੈ ਕਿ ਜਿਹਨੇ ਅਮਰੀਕਾ ਦੀ ਪੂਰੇ ਇਤਿਹਾਸ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਜੀ, ਬਿਕੋਜ਼ ਜਿੰਨੇ ਇੰਟੈਲੈਕਟ ਮਾਈਂਡ ਅਮਰੀਕਾ ਦੇ ਵਿੱਚ ਬਣੇ ਨੇ, ਜਿਨ੍ਹਾਂ ਨੇ ਕਾਰੋਬਾਰ ਕੀਤੇ, ਕੰਮਕਾਰ ਕੀਤੇ, ਉਹ ਕਿਤੇ ਨਾ ਕਿਤੇ ਸਟੂਡੈਂਟ ਵੀਜ਼ਾ ਵਾਲੀ ਪ੍ਰਣਾਲੀ ਤੋਂ ਹੀ ਉੱਥੇ ਖਿੱਚੇ ਗਏ ਨੇ। ਹਾਇਰ ਐਜੂਕੇਸ਼ਨ ਰਿਸਰਚ ਦੇ ਉੱਪਰ ਜਿੰਨੀਆਂ ਕੈਟਾਗਰੀਜ਼ ਨੇ, F1 ਹੋ ਗਈ, ਜੇ ਕੈਟਾਗਰੀ ਹੋ ਗਈ, M1 ਕੈਟਾਗਰੀ ਹੋ ਗਈ, ਸੋ ਤਕਰੀਬਨ ਇਹ ਸਾਰੀਆਂ ਐਜੂਕੇਸ਼ਨ ਦੇ ਨਾਲ ਹੀ ਸੰਬੰਧਿਤ ਨੇ। ਔਰ ਤੁਸੀਂ ਇਹ ਵੇਖੋ ਕਿ ਇਸ ਕੋਵਿਡ ਦੇ ਸਮੇਂ ਦੇ ਵਿੱਚ ਵੀ ਜਿੱਥੇ ਪੂਰੀ ਦੀ ਪੂਰੀ ਅਮਰੀਕਾ ਦੀ ਅੰਬੈਸੀ ਬੰਦ ਹੈ, ਇਸ ਕੈਟਾਗਰੀ ਨੂੰ ਹਾਲੇ ਤੱਕ ਜਿੰਦਾ ਰੱਖਿਆ ਗਿਆ ਜੀ। ਸੋ ਇਕਲੌਤੀ ਕੈਟਾਗਰੀ ਜਿਹੜੀ ਇਸ ਟਾਈਮ ਵੀ ਓਪਨ ਹੈ ਉਹ ਸਿਰਫ ਤੇ ਸਿਰਫ ਸਟੂਡੈਂਟ ਵੀਜ਼ਾ ਦੀ ਕੈਟਾਗਰੀ ਹੈ। ਔਰ ਯੈਸ, 16 ਤੋਂ 20 ਅਕਤੂਬਰ ਦੇ ਵਿੱਚ ਕੈਨੇਡਾ ਦਾ US ਵੀਕ ਹੈ। ਔਰ ਇਸ ਦੇ ਵਿੱਚ ਤੁਸੀਂ ਯਕੀਨ ਮੰਨੋ, ਐਪਲੀਕੈਂਟ ਅਪੀਅਰ ਹੋ ਜੇ, ਵੀਜ਼ਾ ਰੁਕਦਾ ਹੀ ਨਹੀਂ ਹੁੰਦਾ ਜੀ। ਮਸਾਂ ਹੀ ਬਹੁਤ ਘੱਟ ਰਿਫਿਊਜ਼ਲਸ ਨਿਕਲਦੀਆਂ ਨੇ। ਮਤਲਬ ਜਿਹੜਾ ਕੋਈ ਸਟੂਡੈਂਟ ਬਿਲਕੁਲ ਹੀ ਸਟੂਡੈਂਟ ਘਲਾਉਣ ਦੇ ਲਾਇਕ ਨਹੀਂ ਹੈਗਾ, ਸਿਰਫ ਉਹ ਕੇਸਿਸ ਰਿਫਿਊਜ਼ ਹੁੰਦੇ ਨੇ। ਜਿਹੜੇ ਥੋੜੇ ਬਹੁਤ ਲੌਜੀਕਲ ਸਟੂਡੈਂਟਸ ਨੇ, ਜਿਹੜੇ ਥੋੜੇ ਬਹੁਤ ਕਮਿਊਨੀਕੇਟ ਕਰ ਸਕਦੇ, ਆਲਮੋਸਟ ਸਭ ਸਟੂਡੈਂਟਸ ਨੂੰ ਵੀਜ਼ਾ ਮਿਲਦੇ ਆ। ਔਰ ਇਹ ਬੜੀ ਜ਼ਬਰਦਸਤ ਦੌੜ ਰਹਿੰਦੀ ਆ ਤਕਰੀਬਨ ਪੂਰੇ ਨਵੇਂ ਸਾਲ ਤੱਕ ਹੀ ਜੀ। ਇਹਦਾ ਅਸਰ ਤੁਸੀਂ ਵੇਖੋ ਦਸੰਬਰ ਜਨਵਰੀ ਤੱਕ ਜਾਂਦਾ ਆ। ਸੋ ਇਹਦੇ ਵਿੱਚ ਵੀ ਸਾਡੇ ਕੋਲ ਡੇਲੀ ਅਪਡੇਟਸ ਨੇ ਕਿ ਇਸ ਟਾਈਮ ਅੰਬੈਸੀ ਕਿਹੜੀਆਂ ਤਰੀਕਾਂ ਓਪਨ ਹੈ। ਬਿਕੋਜ਼ ਰੀਸੈਂਟ ਵੀ ਹੁਣ ਅਗਰ ਤੁਸੀਂ ਟਰਾਈ ਕਰੋਗੇ, ਤੁਹਾਡੇ ਕੋਲ 1 2 3 ਤਰੀਕਾਂ ਜਿਹੜੀਆਂ ਦਸੰਬਰ ਦੀਆਂ ਸਟੂਡੈਂਟਸ ਦੀਆਂ ਬੁੱਕ ਹੋਈਆਂ ਨੇ, ਔਰ 4 5 6 ਔਨਵਰਡਸ ਜਿੰਨੀਆਂ ਵੀ, ਉਹ ਸਾਰੀਆਂ ਤਰੀਕਾਂ ਫਿਰ ਓਪਨ ਨੇ। ਬਹੁਤ ਸਾਰੇ ਸਾਡੇ ਸਾਥੀਆਂ ਨੂੰ ਲੱਗਦਾ ਕਿ ਸ਼ਾਇਦ ਦਸੰਬਰ ਦਾ ਮਹੀਨਾ ਛੁੱਟੀਆਂ ਹੀ ਹੁੰਦੀਆਂ ਨੇ, ਜਦ ਕਿ ਯਕੀਨ ਮੰਨੋ ਇੱਕ ਕ੍ਰਿਸਮਸ ਦੀ ਛੁੱਟੀ ਹੁੰਦੀ ਹੈ ਤੇ ਇੱਕ ਨਵੇਂ ਸਾਲ ਵਾਲੀ ਈਵ ਦੀ ਛੁੱਟੀ ਹੁੰਦੀ ਹੈ। ਜਿਹੜੇ ਵਿਚਲੇ ਵੀ 28 29 30 31 ਜਿਹੜੇ ਦਿਨ ਨੇ, ਇਹ ਵੀ ਵਰਕਿੰਗ ਡੇਜ਼ ਹੁੰਦੇ ਆ ਅੰਬੈਸੀ ਦੇ ਲਈ। ਔਰ ਇਹ ਥੋੜਾ ਚੰਗਾ ਮਾਹੌਲ ਹੁੰਦਾ। ਔਰ ਵੀਜ਼ਾਸ ਦੇ ਲਈ ਪੱਖੋਂ ਅਗਰ ਵੇਖਿਆ ਜਾਵੇ ਤੇ US ਦਾ ਵੀਜ਼ਾ ਇਹਨਾਂ ਦਿਨਾਂ 'ਚ ਲੈਣਾ ਕਾਫੀ ਈਜ਼ੀ ਔਰ ਕਾਫੀ ਅਹਿਮ ਰਹਿੰਦਾ ਹੈ। ਬਿਲਕੁਲ। ਫਿਰ ਅਸੀਂ ਤੁਹਾਡੇ ਦੇਖਣ ਵਾਲਿਆਂ ਨੂੰ ਸਲਾਹ ਕਰਦੇ ਹਾਂ ਕਿ ਜੇ ਤੁਹਾਨੂੰ ਵੀਜ਼ੇ 'ਚ ਕੋਈ ਪ੍ਰੋਬਲਮ ਹੈ, ਤੁਸੀਂ ਇਹਨੇ ਦਿਨ ਅਪਲਾਈ ਕਰ ਸਕਦੇ। ਬਿਲਕੁਲ, ਇਹਨਾਂ ਦਿਨਾਂ 'ਚ ਅਪਲਾਈ ਕਰੋਗੇ ਤਾਂ ਤੁਹਾਡੇ ਕੋਲ ਆਲਮੋਸਟ ਮਤਲਬ ਮੇਰੀ ਤੇ ਕੈਲਕੂਲੇਸ਼ਨ ਹੈ ਪਿਛਲੇ 20-21 ਸਾਲ ਤੋਂ ਮੈਂ ਵੇਖ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਵੀਜ਼ਾਸ ਦਾ ਸਕਸੈਸ ਰੇਟ ਹਮੇਸ਼ਾ ਹੀ ਅਪ ਰਹਿੰਦਾ ਆ। ਬਿਕੋਜ਼ ਕਿਤੇ ਨਾ ਕਿਤੇ ਖੁਸ਼ਨੁਮਾ ਮਾਹੌਲ ਹੈ, ਕ੍ਰਿਸਮਸ ਆ, ਸੈਲੀਬ੍ਰੇਸ਼ਨਸ ਆ। ਔਰ ਓਬਵੀਅਸਲੀ ਅਗਰ ਅੰਬੈਸੀ ਦੀ ਵੀ ਗੱਲ ਕਰੀਏ, ਚਾਹੇ ਪਾਰਸ਼ਲੀ ਵਰਕਿੰਗ ਦੇ ਉੱਪਰ ਵੀ ਆ ਜੀ, ਅੰਬੈਸੀ ਦੇ ਵਿੱਚ ਵੀ ਸਿਰਫ ਤੇ ਸਿਰਫ ਇੱਕੋ ਕੈਟਾਗਰੀ ਹੈ ਜਿਹੜੀ ਚੱਲ ਰਹੀ ਹੈ ਜੀ, ਉਹ ਸਟੂਡੈਂਟ। ਹਾਂ, ਔਰ ਅਮਰੀਕਾ ਦੁਨੀਆ ਭਰ ਦਾ ਅਗਰ ਅਸੀਂ ਸਟੂਡੈਂਟਸ ਦਾ ਮੱਕਾ ਕਹੀਏ ਤੇ ਇਹ 'ਚ ਕੋਈ ਅਤਕਥਨੀ ਨਹੀਂ ਹੈ ਜੀ। ਬਿਕੋਜ਼ ਦੁਨੀਆ ਦੀਆਂ ਸਭ ਤੋਂ ਵੱਧ ਯੂਨੀਵਰਸਿਟੀਜ਼ ਅਮਰੀਕਾ ਦੇ ਵਿੱਚ ਨੇ, ਔਰ ਦੁਨੀਆ ਦੇ ਸਭ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਵੀ ਅਮਰੀਕਾ ਦੇ ਵਿੱਚ ਹੀ ਨੇ। ਅੱਛਾ, ਜੇ ਆਪਾਂ ਗੱਲ ਕੀਤੀ ਜਾਵੇ ਕਿ ਪਿੱਛੇ ਜੇ ਟਰੰਪ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਵੀ ਜੇ ਸਟੂਡੈਂਟ ਦੀਆਂ ਕਲਾਸਾਂ ਜਿਹੜੀਆਂ ਨੇ ਉਹ ਕਾਲਜ ਯੂਨੀਵਰਸਿਟੀ ਨਹੀਂ ਲੱਗ ਰਹੀਆਂ ਤਾਂ ਬਈ ਚਲੇ ਜਾਓ, ਤੇ ਉਹ ਬਾਅਦ ਚੋਂ 1 ਹਫ਼ਤੇ ਦੇ ਅੰਦਰ ਹੀ ਉਹਨਾਂ ਨੇ ਯੂਨੀਵਰਸਿਟੀਆਂ ਨੇ ਬੜਾ ਵਿਰੋਧ ਕੀਤਾ ਸੀਗਾ। ਤੇ ਜੇ ਕੋਈ ਇਦਾਂ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਅੱਗੇ ਹੋ ਜਾਵੇ ਤਾਂ ਫਿਰ
ਅਸਲ 'ਚ ਅਮਰੀਕਾ ਇਸ ਪਾਲਿਸੀ ਦੇ ਉੱਪਰ ਕਦੀ ਵੀ ਨਹੀਂ ਚੱਲਦਾ। ਤੁਸੀਂ ਵੇਖੋ ਐਗਜ਼ੀਕਿਊਟਿਵ ਆਰਡਰਸ ਲੈ ਕੇ ਆਉਂਦੇ ਸੀਗੇ, ਇੱਕ ਸੀਗਾ H1 ਦੇ ਉੱਪਰ ਰੋਕ ਜੀ, ਔਰ ਦੂਸਰਾ ਸੀਗਾ ਕਿ ਜਿਹੜੇ ਸਟੂਡੈਂਟਸ ਦੇ ਉੱਪਰ ਜਿਹੜੀਆਂ ਕਲਾਸਿਸ ਆਨਲਾਈਨ ਚੱਲ ਰਹੀਆਂ ਆ ਉਹਨਾਂ ਨੂੰ ਵੀਜ਼ਾ ਦੀ ਐਕਸਟੈਂਸ਼ਨ ਨਹੀਂ ਦੇਣੀ ਜਾਂ ਫਰਦਰ ਮਨਜ਼ੂਰੀ ਨਹੀਂ ਦੇਣੀ। ਔਰ ਇਸ ਫੈਸਲੇ ਦੇ ਅਗੇਂਸਟ ਦੋਨੋਂ ਫੈਸਲਿਆਂ ਦਾ ਚੈਲੰਜ ਹੋਇਆ। ਸਭ ਤੋਂ ਪਹਿਲਾਂ ਸਟੂਡੈਂਟ ਵਾਲੇ ਕੈਟਾਗਰੀ ਦੇ ਵਿੱਚ F1 ਕੈਟਾਗਰੀ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਵੀਜ਼ਾ ਅਪਲਾਈ ਕਰਨਾ ਸੀ, ਅਗਰ ਉਹਨਾਂ ਦੇ ਅਗਰ ਜਿਹੜੀਆਂ ਕਲਾਸਿਸ ਆਨਲਾਈਨ ਚੱਲ ਰਹੀਆਂ ਸੀ, ਟਰੰਪ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਤੁਹਾਨੂੰ ਉਹਦੇ 'ਚ ਫਰਦਰ ਵੀਜ਼ਾਸ ਦੀ ਮਨਜ਼ੂਰੀ ਨਹੀਂ ਮਿਲਣੀ। ਇਸ ਫੈਸਲੇ ਨੂੰ ਚੈਲੰਜ ਕੀਤਾ ਯੂਨੀਵਰਸਿਟੀਜ਼ ਨੇ ਔਰ ਫੈਸਲਾ ਉਹਨਾਂ ਦੇ ਪੱਖ 'ਚ ਆਇਆ। ਔਰ ਤੁਸੀਂ ਇਹ ਦੇਖੋ ਕਿ ਗਵਰਨਮੈਂਟ ਨੇ ਇੱਕ ਹਫ਼ਤੇ ਦੇ ਵਿੱਚ ਫੈਸਲਾ ਕੀ ਉਸੇ ਜਿਹੜਾ ਉਹਨਾਂ ਨੇ ਨਿਯਮ ਲਾਗੂ ਕੀਤਾ ਸੀ ਉਹਨੂੰ ਵਾਪਸ ਹੀ ਲੈ ਲਿਆ। ਉਹਦੇ ਉੱਪਰ ਕੋਈ ਗੱਲ ਡਿਸਕਸ਼ਨ, ਕੋਈ ਕੋਰਟ ਕਚਹਿਰੀ ਕੁਛ ਨਹੀਂ ਲੱਗਾ। ਜਿਹੜਾ ਦੂਸਰਾ ਸੀਗਾ ਜਿਹਨੂੰ ਅਸੀਂ ਟਰੰਪ ਐਗਜ਼ੀਕਿਊਟਿਵ ਆਰਡਰ ਕਹਿੰਦੇ ਆ, ਪ੍ਰੈਜ਼ੀਡੈਂਟ ਐਗਜ਼ੀਕਿਊਟਿਵ ਆਰਡਰ, ਉਹ ਆਇਆ H1 ਦੇ ਉੱਪਰ। H1 ਦੇ ਉੱਪਰ ਕੀ ਕੀਤਾ ਇਹਨਾਂ ਨੇ, ਰੋਕ ਲਾਤੀ 31 ਦਸੰਬਰ 2020 ਤੱਕ ਕਿ ਤੁਸੀਂ ਇਦੋਂ ਤੱਕ ਵੀਜ਼ਾ H1 ਅਪਲਾਈ ਨਹੀਂ ਕਰ ਸਕਦੇ। ਇਹ ਥੋੜਾ ਬਹੁਤ ਪੋਲੀਟੀਕਲ ਮਸਲਾ ਸੀਗਾ ਬਿਕੋਜ਼ ਇਲੈਕਸ਼ਨਸ ਆ, ਉਹਦੇ 'ਚ ਅਸੀਂ ਥੋੜੀ ਲੋਕਲਸ ਨੂੰ ਫੀਲਿੰਗ ਦੇਣੀ ਕਿ ਤੁਹਾਡੀਆਂ ਜੌਬ ਸਿਕਿਉਰ ਆ, ਬਾਹਰੋਂ ਆ ਕੇ ਕੋਈ ਜੌਬਸ ਨਹੀਂ ਲੈ ਰਿਹਾ। ਇਸ ਫੈਸਲੇ ਦੇ ਖਿਲਾਫ ਵੀ ਕੁਝ ਕੰਪਨੀਆਂ ਕੋਰਟ ਵਿੱਚ ਗਈਆਂ ਔਰ ਕੋਰਟ ਦਾ ਫੈਸਲਾ ਵੇਖੋ, ਕੋਰਟ ਨੇ ਇਹ ਫੈਸਲਾ ਕੀਤਾ ਕਿ ਅਗਰ ਤੁਹਾਡਾ H1 ਦੇ ਉੱਪਰ ਬੁਲਾਉਣਾ ਜਾਇਜ਼ ਆ ਤੇ ਇਹਨੂੰ ਟਰੰਪ ਪ੍ਰਸ਼ਾਸਨ ਰੋਕ ਨਹੀਂ ਸਕਦਾ। ਸੋ H1 ਦੀਆਂ ਮਨਜ਼ੂਰੀ ਉਹਨਾਂ ਐਕਸਕਲੂਸਿਵ ਕੰਪਨੀਆਂ ਨੂੰ ਦਿੱਤੀ ਗਈ ਕਿ ਤੁਸੀਂ H1 ਦੇ ਉੱਪਰ ਆਪਣੇ ਐਪਲੀਕੈਂਟਸ ਨੂੰ ਬੁਲਾ ਸਕਦੇ ਹੋ। ਔਰ ਹਾਲਾਂਕਿ ਕੋਰਟ ਨੇ ਟਰੰਪ ਪ੍ਰਸ਼ਾਸਨ ਦਾ ਇੰਨਾ ਕੁ ਬਚਾਅ ਕੀਤਾ ਕਿ ਇਸ ਫੈਸਲੇ ਨੂੰ ਫੈਡਰਲ ਲਾਅ ਦੇ ਨਾਲ ਨਹੀਂ ਬਣਾਇਆ ਕਿ ਫੈਡਰਲ ਪੂਰੀਆਂ ਸਟੇਟਸ ਉੱਪਰ ਇੰਪਲੀਮੈਂਟ ਨਹੀਂ ਕੀਤਾ। ਜਿਹੜੀਆਂ ਕੰਪਨੀਆਂ ਨੇ ਇਹਨੂੰ ਚੈਲੰਜ ਕੀਤਾ ਸੀ, ਸਿਰਫ ਉਹਨਾਂ ਕੰਪਨੀਆਂ ਨੂੰ ਇਹ 'ਚ ਰਿਲੀਫ ਦਿੱਤੀ ਹੈ। ਔਰ ਜਿੱਥੋਂ ਅਗਰ ਮੇਰੀ ਮੰਨੋ, ਜਿੱਥੋਂ ਤੱਕ ਮੇਰਾ ਕਿਆਸ ਹੈ, 1 ਜਨਵਰੀ ਤੋਂ H1 ਦੇ ਉੱਪਰ ਲੱਗੀ ਰੋਕ ਆਟੋਮੈਟਿਕਲੀ ਹਟ ਵੀ ਜਾਣੀ ਹੈ ਬਿਕੋਜ਼ ਇਹ H1 ਦੇ ਉੱਪਰ ਜਿਹੜੀ ਰੋਕ ਸੀ ਇਹ ਟੋਟਲੀ ਪੋਲੀਟੀਕਲ ਸੀਗੀ। ਚਲੋ ਇਹਦੇ H1 ਦੀ ਗੱਲ ਹੋ ਗਈ, H1V1 ਹੋ ਗਈ। ਅਮਰੀਕਾ ਤੋਂ ਫਿਰ ਆਪਾਂ ਹੁਣ ਕੈਨੇਡਾ ਵੱਲ ਚੱਲ ਜਾਈਏ ਤਾਂ ਕੈਨੇਡਾ ਦਾ ਜਿਹੜਾ ਡਰਾਅ ਸੀ ਪਿਛਲੇ ਹਫ਼ਤੇ ਦੇਖੀਏ ਜਾਂ ਪਿਛਲੇ ਮਹੀਨਿਆਂ 'ਚ ਦੇਖੀਏ ਤੇ ਬਹੁਤ ਜ਼ਿਆਦਾ ਉੱਪਰ ਚਲਾ ਗਿਆ ਸੀਗਾ। ਹੁਣ ਇਹਦਾ ਕੀ ਹਾਲ ਹੈ? ਕੈਨੇਡਾ ਦੇ ਵਿੱਚ ਬੇਸਿਕਲੀ ਜਿਹੜੀ ਕੰਪਰੀਹੈਂਸਿਵ ਸਕੋਰ ਹੈ ਜਿਹੜੇ ਇਮੀਗ੍ਰੇਸ਼ਨ ਦੇ ਵਿੱਚ, ਉਹ ਜਿੱਦਾਂ ਮੈਂ ਲਾਸਟ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ 478 ਸੀਗਾ। ਸੋ 478 ਕਾਫੀ ਮਤਲਬ ਉਹ ਸਕੋਰ ਸੀਗਾ ਬਿਕੋਜ਼ ਇਹ ਕੱਟ ਆਫ ਸਕੋਰ ਆ ਕਿ ਇਸ ਤੋਂ ਥੱਲੇ ਦੀਆਂ ਐਪਲੀਕੇਸ਼ਨ ਅਸੈਪਟ ਨਹੀਂ ਹੋਈਆਂ, ਇਸ ਤੋਂ ਉੱਪਰਲੀਆਂ ਅਸੈਪਟ ਹੋਈਆਂ। ਤੇ ਮੈਂ ਜਿੱਦਾਂ ਪਿਛਲੇ ਪ੍ਰੋਗਰਾਮ 'ਚ ਕਲੀਅਰਲੀ ਦੱਸਿਆ ਸੀਗਾ ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਇਹ ਰੈਂਕਿੰਗ ਥੱਲੇ ਨੂੰ ਆਏਗੀ। ਉਹਦਾ ਕਾਰਨ ਕੀ ਹੈ? ਕੈਨੇਡਾ ਦੀ ਗਵਰਨਮੈਂਟ ਨੇ 1.2 ਮਿਲੀਅਨ ਵੀਜ਼ਾਸ ਦੀ ਮਨਜ਼ੂਰੀ ਦਿੱਤੀ ਆ ਇਮੀਗ੍ਰੇਸ਼ਨ ਦੇ ਵਿੱਚ। 4 ਲੱਖ ਵੀਜ਼ਾਸ ਉਹਨਾਂ ਨੇ ਹਰ ਸਾਲ ਇਮੀਗ੍ਰੇਸ਼ਨ ਦੇ ਵਿੱਚ ਦੇਣੇ ਆ। ਸੋ 21 ਦੇ ਵਿੱਚ 4 ਲੱਖ, 22 ਦੇ ਵਿੱਚ, 23 ਦੇ ਵਿੱਚ, ਸੋ 12 ਲੱਖ ਵੀਜ਼ਾਸ ਦਾ ਇਹ ਪ੍ਰੋਗਰਾਮ ਮਿੱਥਿਆ ਗਿਆ, ਜਿਹਦੇ ਵਿੱਚ ਕਿ ਇਹ ਬਹੁਤ ਵੱਡਾ ਨੰਬਰ ਆ ਕਿਸੇ ਵੀ ਮੁਲਕ ਲਈ ਔਰ ਕੈਨੇਡਾ ਲਈ ਖੁਦ ਵੀ, ਬਿਕੋਜ਼ ਕੈਨੇਡਾ ਦਾ ਨੰਬਰ ਕਦੀ ਵੀ 3 ਲੱਖ ਤੋਂ ਪਲੱਸ ਨਹੀਂ ਗਿਆ। ਸੋ ਇਸ ਟਾਈਮ 4 ਲੱਖ 10,000, 4 ਲੱਖ 21,000, 4 ਲੱਖ 31,000 ਵੀਜ਼ਾਸ ਆਲਮੋਸਟ ਐਵਰੀ ਈਅਰ। ਤੁਸੀਂ ਵੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ CSR ਸਕੋਰ ਆ ਇਹ ਹੋਰ ਥੱਲੇ ਜਾਏਗਾ ਔਰ ਇਹ ਇੱਕ ਖੁਸ਼ਨੁਮਾ ਮਾਹੌਲ ਹੈ ਜਾਂ ਇੱਕ ਖੁਸ਼ਖਬਰੀ ਵੀ ਹੈ ਕਿ ਜਿੰਨੇ ਲੋਕ ਕੈਨੇਡਾ ਨੂੰ ਇਮੀਗ੍ਰੇਸ਼ਨ ਦੇ ਚਾਹਵਾਨ ਨੇ ਉਹਨਾਂ ਲਈ ਇੱਕ ਸੁਨਹਿਰੀ ਟਾਈਮ ਆ ਬਿਕੋਜ਼ ਇਸ ਤੋਂ ਬਿਹਤਰ ਸਮਾਂ ਕੈਨੇਡਾ ਨੂੰ ਅਪਲਾਈ ਕਰਨ ਦਾ ਨਹੀਂ ਆਉਣਾ ਬਿਕੋਜ਼ ਕੈਨੇਡਾ ਨੇ ਨੰਬਰ ਮਿੱਥਿਆ ਆ, ਕੋਟਾ ਮਿੱਥਿਆ ਆ। ਜਦੋਂ ਕੋਟਾ ਮਿੱਥ ਲਿਆ, ਕੋਟੇ ਦਾ ਇੱਕ ਤਰੀਕੇ ਨਾਲ ਟਾਰਗੇਟ ਆ ਪੂਰਾ ਕਰਨਾ ਹੈ। ਸੋ ਐਕਸਪ੍ਰੈਸ ਐਂਟਰੀ ਦੇ ਤਹਿਤ ਕੀ ਹੁੰਦਾ ਹੈ ਕਿ ਜਦੋਂ ਜਿਹੜੀ ਕੈਨੇਡਾ ਦੀ ਪਿਛਲੀ ਫੈਡਰਲ ਪਾਲਿਸੀ ਸੀਗੀ ਜਿਹੜੀ ਇਮੀਗ੍ਰੇਸ਼ਨ ਦੀ, ਉਹਦੇ ਵਿੱਚ ਇਸ ਤਰੀਕੇ ਨਾਲ ਸੀਗਾ ਕਿ ਤੁਸੀਂ ਅਗਰ ਕੈਨੇਡਾ ਨੂੰ 5000 ਬੰਦਿਆਂ ਦੀ ਲੋੜ ਆ, ਕੈਨੇਡਾ ਸਿਰਫ 5000 ਐਪਲੀਕੇਸ਼ਨ ਖੋਲ੍ਹਦਾ ਸੀ ਔਰ ਕੈਨੇਡਾ 'ਚ ਜਦੋਂ 5000 ਐਪਲੀਕੇਸ਼ਨ ਉਸ ਕੈਟਾਗਰੀ ਦੀ ਆ ਜਾਂਦੀਆਂ ਸੀ ਉਹਦੇ ਉੱਪਰ ਢੱਕਣ ਲੱਗ ਜਾਂਦਾ ਸੀ, ਬੰਦ ਹੋ ਜਾਂਦਾ ਸੀ, ਨੋ ਮੋਰ ਐਪਲੀਕੇਸ਼ਨਸ। ਉਸ ਤੋਂ ਬਾਅਦ ਐਪਲੀਕੇਸ਼ਨਸ ਲੈਂਦੇ ਨਹੀਂ ਸੀ। ਪਰ ਐਕਸਪ੍ਰੈਸ ਇਮੀਗ੍ਰੇਸ਼ਨ ਨੇ ਇੱਕ ਨਵਾਂ ਰੂਲ ਬਣਾਤਾ ਸੀਗਾ ਕਿ ਜਿਹਦੇ ਵਿੱਚ ਤੁਸੀਂ ਜਿੰਨੀਆਂ ਵੀ ਐਪਲੀਕੇਸ਼ਨਸ ਪਾਈ ਜਾਓ ਉਹ ਪੂਲ 'ਚ ਜਾਂਦੀਆਂ ਨੇ। ਸੋ ਉਹਦੇ ਜਿਹੜੀਆਂ ਬੈਸਟ ਸਕੋਰ ਵਾਲੀਆਂ ਨੇ ਉਹ ਚੱਕਦੇ ਆ, ਚੱਕ ਲੈਂਦੇ ਆ ਤੇ ਹਰ ਸਾਲ ਉਹਨਾਂ ਨੂੰ ਐਂਟਰੀ ਮਿਲ ਜਾਂਦੀ। ਯੈਸ, ਉਹ ਹੁਣ ਸਕੋਰ ਦਾ ਕੱਟ ਆਫ ਹੁੰਦਾ ਕਿ ਜਿਹੜਾ ਲਾਸਟ ਬੰਦਾ ਗਿਆ ਆ ਉਹਦਾ ਲੋਐਸਟ ਸਕੋਰ ਆ ਸੀਗਾ। ਸੋ ਇਹ ਅਸੀਂ ਜਦੋਂ ਵੀ PR ਅਪਲਾਈ ਕਰਨੀ ਅਸੀਂ ਹਮੇਸ਼ਾ ਇੱਦਾਂ ਨਹੀਂ ਸੋਚਣਾ ਕਿ ਮੈਂ 470 ਤੇ ਪਹੁੰਚ ਗਿਆ, 450 ਤੇ ਪਹੁੰਚ ਗਿਆ। ਤੁਹਾਨੂੰ ਇਹਨੂੰ ਇੱਥੋਂ ਤੱਕ ਪਹੁੰਚਣਾ ਪਏਗਾ ਬਿਕੋਜ਼ ਇਹ ਕੱਟ ਆਫ ਆ। ਜਿੰਨਿਆਂ ਦੀ ਐਂਟਰੀ ਹੋਈ ਹੈ ਇਸ ਤੋਂ ਉੱਪਰਲਿਆਂ ਦੀ ਐਂਟਰੀ ਹੋਈ ਹੈ। ਪਰ ਫਿਰ ਵੀ ਆਉਣ ਵਾਲੇ ਸਮੇਂ 'ਚ ਕੈਨੇਡਾ ਬਹੁਤ ਖੁਸ਼ਨੁਮਾ ਮਾਹੌਲ ਰਹੇਗਾ ਜਿਹੜੇ ਇਮੀਗ੍ਰੇਸ਼ਨ ਦੇ ਚਾਹਵਾਨ ਨੇ ਜਾਂ ਕੈਨੇਡਾ 'ਚ ਪਰਮਾਨੈਂਟਲੀ ਮਾਈਗ੍ਰੇਟ ਹੋਣਾ ਚਾਹੁੰਦੇ ਨੇ। ਬਿਲਕੁਲ, ਇਹ ਤਾਂ ਸੀ ਜੀ ਬਹੁਤ ਸੋਹਣੀਆਂ ਖਬਰਾਂ ਕਿ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੇ ਇਹ 2-3 ਸਾਲ ਸਾਡੇ ਲਈ ਬਹੁਤ ਚੰਗੇ ਨੇ। ਅਪਲਾਈ ਕਰ ਸਕਦੇ ਹੋ, ਐਕਸਪ੍ਰੈਸ ਐਂਟਰੀ ਵੀ ਅਪਲਾਈ ਕਰ ਸਕਦੇ ਹੋ। ਬਾਕੀ ਹੋਰ ਵੀ ਵਿਸ਼ਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਾਂਗੇ। ਅਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਖੇਰਾ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ।